ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਪਜੀ ਸਾਹਿਬ ਬਾਣੀ ਦੀ ਵਿਚਾਰ ਸ਼ੁਰੂਆਤ ਕਰਨ ਜਾ ਰਹੇ ਹਾਂ। ਜਪਜੀ ਸਾਹਿਬ ਬਾਣੀ ਦੀ ਵਿਆਖਿਆ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਸੰਬੰਧੀ ਕੁਝ ਬੇਸਿਕ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ ਜਪਜੀ ਸਾਹਿਬ ਰਚਨਾਕਾਲ, ਰਚਨਾਕਾਰ, ਬਣਤਰ ਅਤੇ ਵਿਸ਼ੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜਪਜੀ ਸਾਹਿਬ ਬਾਣੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਪਜੀ ਸਾਹਿਬ 1 ਤੋਂ 8 ਅੰਗ ਤੇ ਸੁਭਾਇਮਾਨ ਹੈ। ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਪਜੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਸਾਰ ਨੂੰ ਪਰੋਇਆ ਗਿਆ ਹੈ, ਔਰ ਇਹ ਵੀ ਕਿਹਾ ਜਾਂਦਾ ਹੈ ਜਪਜੀ ਸਾਹਿਬ ਬਾਰੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ, ਸਮਰੀ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਬਣਤਰ ਬਾਰੇ ਗੱਲ ਕਰਦੇ ਹਾਂ ਤਾਂ ਇਹ ਇਸ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 1 ਤੋਂ 8 ਅੰਗ ਤੇ ਸੁਭਾਇਮਾਨ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਔਰ ਇਸ ਦੇ ਵਿੱਚ 38 ਪੌੜੀਆਂ, 2 ਸ਼ਲੋਕ ਅਤੇ 1 ਮੂਲ ਮੰਤਰ ਦਰਜ ਹੈ। ਸ਼ੁਰੂਆਤ ਦੇ ਵਿੱਚ ਮੂਲ ਮੰਤਰ, ਇਸ ਤੋਂ ਬਾਅਦ ਨਾਲ ਹੀ ਬਾਣੀ ਦਾ ਨਾਂ, ਜਪ ਤੇ ਸ਼ਲੋਕ ਤੇ ਪਹਿਲੀ ਪੌੜੀ ਸਟਾਰਟ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ 38 ਪੌੜੀਆਂ ਚੱਲਦੀਆਂ ਹਨ। ਅਖੀਰ ਤੇ ਫਿਰ ਸ਼ਲੋਕ ਆਉਂਦਾ ਹੈ ਜਿੱਥੇ ਇਸ ਬਾਣੀ ਦੀ ਸਮਾਪਤੀ ਹੁੰਦੀ ਹੈ। ਬਾਣੀ ਦੀ ਬਣਤਰ ਦੀ ਖੂਬਸੂਰਤੀ ਇਹ ਕਈ ਗੱਲਾਂ ਦੇ ਵਿੱਚ ਵੀ ਹੈ, ਜਿਵੇਂ ਕਿ ਜਪਜੀ ਸਾਹਿਬ ਦੀ ਬਾਣੀ ਦੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਵਿੱਚੋਂ ਕੁਝ ਸਮੇਲਤਾ ਕਈ ਪੌੜੀਆਂ ਦੇ ਵਿੱਚ ਸੁਭਾਇਮਾਨ ਹੈ। ਜਿਵੇਂ ਕਿ ਅਸੀਂ ਕਹਿੰਦੇ ਹਾਂ ਵੀ ਸੁਣਿਆਂ ਵਾਲੀਆਂ 4 ਪੌੜੀਆਂ ਨੇ। ਇਹ ਬਣਤਰ ਦਾ ਇੱਕ ਖੂਬਸੂਰਤ ਪੱਖ ਹੈ ਕਿ ਗੁਰੂ ਸਾਹਿਬ ਨੇ 8ਵੀਂ, 9ਵੀਂ, 10ਵੀਂ ਤੇ 11ਵੀਂ ਜਪਜੀ ਸਾਹਿਬ ਜੀ ਦੀ ਪੌੜੀ ਸੁਣੇ ਨਾਲ ਸੰਬੰਧਿਤ ਦਰਜ ਕੀਤੀ ਹੈ, ਜਿਸ ਦੇ ਵਿੱਚ ਸੁਣਨਾ ਕੀ ਹੈ ਤੇ ਸੁਣਨ ਦੀ ਮਹਾਨਤਾ ਦਰਸਾਈ ਗਈ ਹੈ। ਇਸੇ ਦੇ ਨਾਲ ਹੀ ਮੰਨੇ ਦੀਆਂ ਪੌੜੀਆਂ 4 ਹਨ। ਇਸੇ ਤਰ੍ਹਾਂ ਪੰਜ ਪ੍ਰਵਾਨ ਤੋਂ ਬਾਅਦ ਪੌੜੀਆਂ ਅਸੰਖ ਵਾਲੀਆਂ ਪੌੜੀਆਂ ਦਰਜ ਹਨ। ਇਸੇ ਤਰ੍ਹਾਂ ਅੱਗੇ ਜਾ ਕੇ 4 ਪੌੜੀਆਂ ਜਿਨ੍ਹਾਂ ਵਿੱਚ ਖਾਸ ਤੌਰ ਤੇ ਜੋਗ ਮਤ ਨਾਲ ਸੰਬੰਧਿਤ ਸ਼ਬਦਾਵਲੀ ਤਾਂ ਵਿਚਾਰ ਦਰਜ ਕੀਤੇ ਮਿਲਦੇ ਹਨ। ਮੁੰਦਾ, ਸੰਤੋਖ, ਸਰਮ, ਪਦ, ਝੋਲੀ ਵਾਲੀਆਂ ਪੌੜੀਆਂ। ਅਖੀਰ ਤੇ 4 ਪੌੜੀਆਂ 5 ਖੰਡਾਂ ਬਾਰੇ ਹਨ। ਇਹ 5 ਖੰਡਾਂ ਵਾਲੀਆਂ 4 ਪੌੜੀਆਂ ਦੇ ਵਿੱਚ 5 ਖੰਡ ਕੀ ਹਨ, ਇਹਨਾਂ ਵਿੱਚ ਕੀ ਵਾਪਰਦਾ ਹੈ ਜਦੋਂ ਮਨੁੱਖ ਦੀ ਅਵਸਥਾ ਉਸ ਸਟੇਜ ਤੇ ਪਹੁੰਚਦੀ ਹੈ, ਕਿਉਂਕਿ ਇਹਦੇ ਵਿੱਚ ਮਿਸਟੀਰੀਅਸ ਤੇ ਸਪਿਰਿਚੁਅਲ ਸਟੇਟਸ ਦੇ ਬਾਰੇ ਦੱਸਿਆ ਗਿਆ ਹੈ ਕਿ ਮਨੁੱਖ ਕਿਸ ਤਰ੍ਹਾਂ ਬੰਦਗੀ ਦੇ ਰਾਹ ਤੇ, ਭਗਤੀ ਦੇ ਰਾਹ ਤੇ ਤੁਰਦਾ ਹੋਇਆ ਉਸ ਦਾ ਰੂਹਾਨੀਅਤ ਸੰਸਾਰ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਉਹ ਕਿੰਨਾਂ ਅਵਸਥਾਵਾਂ ਦਾ ਮਾਲਕ ਹੁੰਦਾ ਹੈ। ਇਸੇ ਤਰ੍ਹਾਂ 38ਵੀਂ ਪੌੜੀ ਹੈ। ਜਪਜੀ ਸਾਹਿਬ ਦੇ ਜੇ ਅਸੀਂ ਮੂਲ ਵਿਚਾਰ ਦੀ ਗੱਲ ਕਰੀਏ, ਕਿਉਂਕਿ ਗੁਰਮਤਿ ਵਿਚਾਰਧਾਰਾ ਜਿਹੜੀ ਕਿ ਮੱਧ ਕਾਲ ਦੇ ਵਿੱਚ ਅਸੀਂ ਜੇ ਕਾਲ ਕ੍ਰਮ ਅਨੁਸਾਰ ਦੇਖੀਏ ਤੇ ਪੈਦਾ ਹੋਈ ਹੈ, ਉਸ ਸਮੇਂ ਮੂਲ ਸਰੋਕਾਰ ਰੱਬ ਹੈ, ਅਕਾਲ ਪੁਰਖ ਹੈ। ਅਕਾਲ ਪੁਰਖ ਨੂੰ ਸੈਂਟਰ ਵਿੱਚ ਰੱਖ ਕੇ ਬਾਕੀ ਵਿਸ਼ੇ ਜਿਹੜੇ ਨੇ ਉਸ ਦੇ ਇਰਦ ਗਿਰਦ ਘੁੰਮਦੇ ਨੇ। ਗੁਰਬਾਣੀ ਦੇ ਵਿੱਚ ਵੀ ਜਦੋਂ ਅਸੀਂ ਇਹੀ ਖਾਸੀਅਤ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਵੀ ਤੁਸੀਂ ਦੇਖੋ ਕਿ ਬਹੁਤ ਵਿਚਾਰ ਰੱਬ ਅਤੇ ਰੱਬ ਦੇ ਨਾਮ ਜਪਣ ਦੇ ਨਾਲ ਸੰਬੰਧਿਤ ਹੈ, ਕਿਉਂਕਿ ਮਨੁੱਖ ਤਾਂ ਅਸੀਂ ਜਿਹੜੀ ਉਹ ਵੱਖ-ਵੱਖ ਭਟਕਣਾਂ ਦੇ ਵਿੱਚ, ਕਰਮਕਾਂਡਾਂ ਦੇ ਵਿੱਚ ਆਪਣਾ ਸਮਾਂ, ਪੈਸਾ ਅਤੇ ਅਮੁੱਲਾ ਜਨਮ ਵਿਅਰਥਾ ਗਵਾ ਰਹੀ ਸੀ ਤੇ ਖੁਆਰ ਵੀ ਹੋ ਰਹੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਤੇ ਭਗਤੀ ਲਹਿਰ ਦੇ ਭਗਤਾਂ ਨੇ, ਬਾਕੀ ਗੁਰੂ ਸਾਹਿਬਾਨ ਨੇ ਬਾਣੀ ਦੇ ਵਿਚਾਰ ਦੇ ਕੇ, ਬਾਣੀ ਦੇ ਰਾਹੀਂ ਵਿਚਾਰ ਦੇ ਕੇ ਲੋਕਾਂ ਨੂੰ ਸੱਚ ਦੇ ਅਤੇ ਸਹੀ ਮਾਰਗ ਤੇ ਤੋਰਿਆ, ਤਾਂ ਕਿ ਉਹ ਆਪਣਾ ਇਸ ਜਨਮ ਦੇ ਵਿੱਚ ਜਿਹੜਾ ਕੀਮਤੀ ਸਮਾਂ ਹੈ ਉਹ ਵਿਅਰਥ ਨਾ ਗਵਾ ਲੈਣ, ਉਹਨਾਂ ਦੇ ਵਿੱਚ ਇੱਕ ਹੌਸਲਾ, ਇੱਕ ਪੋਜ਼ਿਟਿਵ ਵਿਚਾਰ ਭਰੇ। ਸੋ ਖੈਰ, ਸਾਡਾ ਮੰਤਵ ਹੈ ਜਪਜੀ ਸਾਹਿਬ ਦੀ ਵਿਆਖਿਆ ਪੌੜੀ ਦਰ ਪੌੜੀ, ਸ਼ਾਬਦਿਕ ਅਤੇ ਭਾਵ ਅਰਥਾਂ ਤੱਕ ਜਾਣਾ। ਮੂਲ ਵਿਸ਼ਾ ਅਸੀਂ ਗੱਲ ਕਰ ਰਹੇ ਸੀ ਕਿ ਅਕਾਲ ਪੁਰਖ ਹੈ, ਰੱਬ ਦਾ ਨਾਮ ਹੈ। ਇਸ ਤੋਂ ਇਲਾਵਾ ਰੱਬ ਦਾ ਨਾਮ ਜਪਣ ਵਾਲੇ ਦੀ ਅਵਸਥਾ ਕੀ ਬਣਦੀ ਹੈ, ਜਿਹਨੂੰ ਪੰਚ ਰਾਹੀਂ ਸੰਬੋਧਿਤ ਹੋਇਆ ਗਿਆ ਹੈ। ਇਸ ਤੋਂ ਬਾਅਦ ਉਹ ਕਿੰਨਾ ਖੰਡਾਂ ਦੇ ਵਿੱਚ ਵਿਚਰਦਾ, ਜਿਹਨੂੰ ਅਸੀਂ 5 ਖੰਡਾਂ ਦੇ ਨਾਲ ਜਾਣਦੇ ਹਾਂ। ਤੇ ਇਹ ਮੂਲ ਵਿਸ਼ੇ ਹਨ। ਇਸ ਤੋਂ ਇਲਾਵਾ ਹੋਰ ਵੀ ਫੁਟਕਲ ਵਿਸ਼ੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਹਨ। ਖੈਰ, ਅਸੀਂ ਅੱਜ ਮੂਲ ਮੰਤਰ ਤੋਂ ਸਾਡੀ ਵਿਚਾਰ ਸ਼ੁਰੂ ਕਰਨੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਨੂੰ ਮੰਗਲਾਚਰਨ ਦੇ ਮੂਲ ਮੰਤਰ ਦੇ ਨਾਲ ਸੰਬੋਧਨ ਹੋਇਆ ਜਾਂਦਾ ਹੈ। ਇਹ ਸੰਪੂਰਨ ਮੰਗਲ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰ ਆਇਆ ਹੈ, ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ। ਆਓ ਇਸ ਮੂਲ ਮੰਤਰ ਦੀ ਸ਼ਾਬਦਿਕ ਵਿਚਾਰ ਵੱਲ ਅਸੀਂ ਵਧੀਏ। ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਜਿਹੜਾ ਬੰਦ ਹੈ ਉਹ ਹੈ ਇੱਕ ਓਂਕਾਰ। ਇੱਕ ਓਂਕਾਰ ਦਾ ਸ਼ਾਬਦਿਕ ਅਰਥ ਇਹੀ ਮੰਨਿਆ ਗਿਆ ਹੈ ਕਿ ਪਰਮਾਤਮਾ ਇੱਕ ਹੈ, ਗੋਡ ਇਜ਼ ਵਨ ਐਂਡ ਹੀ ਇਜ਼ ਐਵਰੀਵੇਅਰ, ਕਿ ਉਹ ਹਰ ਪਾਸੇ ਸੁਭਾਇਮਾਨ ਹੈ। ਜੇ ਅਸੀਂ ਇਸ ਅਸਲ ਦੇ ਵਿੱਚ ਇਹ ਇੱਕ ਓਂਕਾਰ ਇਜ਼ ਅ ਸਿੰਬਲ ਆਫ ਸਿੱਖੀ, ਇਜ਼ ਅ ਸਿੰਬਲ ਆਫ ਗੁਰਮਤਿ ਵਿਚਾਰਧਾਰਾ ਆਲਸੋ। ਜੇ ਅਸੀਂ ਇਸ ਸਿੰਬਲ ਦੇ ਅਰਥ ਕਰੀਏ ਤਾਂ ਅਸੀਂ ਇਹਨੂੰ 3 ਭਾਗਾਂ ਵਿੱਚ ਵੰਡ ਕੇ ਅਸੀਂ ਦੇਖ ਸਕਦੇ ਹਾਂ, ਇੱਕ ਓਮ ਤੇ ਕਾਰ। ਗੁਰੂ ਨਾਨਕ ਦੇਵ ਜੀ ਨੇ ਇੱਥੇ ਨੂਮੈਰੀਕਲ 1 ਪਾਇਆ ਹੈ, ਇੱਥੇ ਕੋਈ ਐਲਫਾਬੈਟੀਕਲ 1 ਇੱਕ 1 ਮਤਲਬ ਜਾਂ 1 ਨਹੀਂ ਪਾਇਆ। ਉਹ ਇਸ ਦੇ ਪਿੱਛੇ ਵੀ ਕਾਰਨ ਜਿਹੜੇ ਸਕੋਲਰਾਂ ਨੇ ਸਾਨੂੰ ਦੱਸਿਆ, ਉਹਦਾ ਕਾਰਨ ਇਹ ਹੈ ਕਿ ਕਿਤੇ ਇਹ ਨਾ ਹੋਵੇ ਵੀ ਅਲਫਾਬੈਟੀਕਲ ਜਿਹੜਾ 1 ਹੈ ਉਹਦੇ ਜਿਹੜੇ ਮੀਨਿੰਗ ਨੇ ਅਲੱਗ ਕੱਢ ਕੇ 3 ਵੱਖ-ਵੱਖ ਸ਼ਕਤੀਆਂ ਦੇ ਰੂਪ ਦੇ ਵਿੱਚ ਨਾ ਹੋ ਜਾਣ, ਈੜੀ ਸਿਹਾਰੀ, ਈੜੀ ਤੇ ਕੱਕਾ। ਤੇ ਇਸ ਕਰਕੇ ਗੁਰੂ ਸਾਹਿਬ ਨੇ ਅਲਫਾਬੈਟੀਕਲ 1 ਪਾਤਾ ਵੀ ਹਾਂ ਉਹ ਇੱਕ ਹੈ। ਉਹ ਬਿਲਕੁਲ ਉਸ ਨੂੰ ਅਸੀਂ ਕਿਸੇ ਗੋਡਸ ਦੇ ਵਿੱਚ ਜਾਂ ਹੋਰ ਗੋਡੈਸਸ ਦੇ ਵਿੱਚ ਡਿਵਾਈਡ ਨਹੀਂ ਕਰ ਸਕਦੇ। ਤੇ ਉਹ ਬ੍ਰਹਮ ਹੈ ਤੇ ਕਾਰ ਮੀਨ ਜੋ ਵਿਆਪਕ ਹੈ, ਵੀ ਹਰ ਥਾਂ ਤੇ ਹਰ ਜਗ੍ਹਾ ਤੇ ਉਹ ਇੱਕ ਰਸ ਵਿਆਪਕ ਹੈ। ਉਹ ਕਿਸ ਤਰ੍ਹਾਂ ਵਿਆਪਕ ਹੈ, ਕਿਵੇਂ ਵਿਆਪਕ ਹੈ, ਉਸ ਦੀ ਵਿਚਾਰ ਪੂਰੇ ਜਪਜੀ ਸਾਹਿਬ ਦੇ ਵਿੱਚ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਸਾਈ ਗਈ ਹੈ। ਜਿਵੇਂ ਬਾਬਾ ਫਰੀਦ ਜੀ ਆਖਦੇ ਨੇ ਕਿ ਉਹ ਸਾਡੇ ਦਿਲਾਂ 'ਚ ਹੈ, ਫਰੀਦਾ ਜੰਗਲ ਜੰਗਲ ਕਿਆ ਭਵੈ ਬਣ ਕੰਢਾ ਮੋੜੇ, ਵੱਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਸੋ ਮਨੁੱਖ ਦੇ ਦਿਲ ਦੇ ਵਿੱਚ, ਮਨੁੱਖਾਂ ਦੇ ਵਿੱਚ, ਦੁਨੀਆ ਦੇ ਵਿੱਚ ਵੱਸਦਾ ਹੈ ਪਰਮਾਤਮਾ। ਇਸ ਕਰਕੇ ਇੱਥੋਂ ਹੀ ਸਿੱਖੀ ਦੀ ਵਿਚਾਰਧਾਰਾ ਸ਼ੁਰੂ ਹੋ ਜਾਂਦੀ ਹੈ। ਪਰਮਾਤਮਾ ਇੱਕ ਤੇ ਉਹ ਸਭ ਥਾਂ ਵਿਆਪਕ ਹੈ। ਜਦੋਂ ਅਸੀਂ ਵੱਖ-ਵੱਖ ਵਿਚਾਰਧਾਰਾਵਾਂ ਪਰਮਾਤਮਾ ਸੰਬੰਧੀ ਦੇਖਦੇ ਹਾਂ ਤੇ ਅਲੱਗ-ਅਲੱਗ ਜਿਹੜੇ ਥਾਟਸ ਨੇ ਸਾਨੂੰ ਮਿਲਦੇ ਨੇ ਗੋਡ ਨਾਲ ਸੰਬੰਧਿਤ, ਜਿਨ੍ਹਾਂ ਦੇ ਵਿੱਚੋਂ ਮੋਨੋਥਿਸਟਿਕ ਵੀ ਥਾਟ ਮਿਲਦਾ ਹੈ, ਪੋਲੀਥਿਸਟਿਕ ਜਾਂ ਡਿਊਲਿਜ਼ਮ ਦੀ ਗੱਲ ਹੁੰਦੀ ਹੈ ਕਿ ਪਰਮਾਤਮਾ, ਕਈ ਕਹਿੰਦੇ ਆ ਕਿ ਬਹੁਤ ਰੂਪ ਨੇ ਉਹਦੇ। ਪਰਮਾਤਮਾ ਵੱਖ-ਵੱਖ ਦੇਵਤਿਆਂ ਦੇ ਰੂਪ ਦੇ ਵਿੱਚ ਮਿਲਦਾ ਹੈ, ਜਿਹੜਾ ਕਿ ਇੰਡੀਅਨ ਥਾਟ ਦੇ ਵਿੱਚ ਪੋਲੀਥਿਸਟਿਕ ਥਾਟ ਅਸੀਂ ਦੇਖਦੇ ਹਾਂ, ਉਹਦੇ ਵਿੱਚ ਸਾਨੂੰ ਵੱਖ-ਵੱਖ ਉਹ ਮਿਲਦੇ ਨੇ ਕਿ ਇਹ ਦੇਵਤੇ ਨੇ ਤੇ ਇਹੀ ਰੱਬ ਨੇ, ਜਿਹਨੂੰ ਅਸੀਂ ਪੋਲੀਥਿਜ਼ਮ ਦੇ ਨਾਮ ਨਾਲ ਜਾਣਦੇ ਹਾਂ। ਪਰ ਦੂਸਰੇ ਪਾਸੇ ਇਹ ਵੀ ਵਿਚਾਰ ਮਿਲਦਾ ਹੈ ਕਿ ਪਰਮਾਤਮਾ ਜਿਹੜਾ ਸ੍ਰਿਸ਼ਟੀ ਤੋਂ ਬਾਹਰ ਹੈ, ਕਿਤੇ ਉਹਨੂੰ 7ਵੇਂ ਅਸਮਾਨ ਦੇ ਵਿੱਚ ਹੈ ਜਾਂ ਕਿਤੇ ਹੋਰ ਹੈ, ਜਿੱਥੇ ਜਿਵੇਂ ਅਸੀਂ ਆਮ ਤੌਰ 'ਤੇ ਹਮੇਸ਼ਾ ਜਦੋਂ ਰੱਬ ਦੀ ਗੱਲ ਹੁੰਦੀ ਹੈ ਤੇ ਉੱਪਰ ਵੱਲ ਮੂੰਹ ਅਸੀਂ ਚੱਕਦੇ ਹਾਂ, ਤੇ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਪੁਰਾਣੀ ਇਨਸੈਂਟ ਥਾਟ ਬੈਠਾ ਹੈ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਪ੍ਰਭਾਵ ਕਰਕੇ ਕਿ ਪਰਮਾਤਮਾ ਉੱਪਰ ਹੈ। ਹਾਲਾਂਕਿ ਇਹ ਨਹੀਂ ਹੈ, ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਹੀ ਹੈ। ਪਰ ਫਿਰ ਵੀ ਸਾਡੇ 'ਤੇ ਪ੍ਰਭਾਵ ਇੰਨਾ ਕੁ ਹੈ ਕਿ ਵਿਚਾਰਧਾਰਾ ਦਾ, ਜਾਂ ਕਹਿ ਲਓ ਵੀ ਪੁਰਾਤਨ ਕਿਸੇ ਸਾਡੇ 'ਤੇ ਪਈ ਹੋਈ ਵਿਚਾਰ ਦਾ, ਕਿ ਅਸੀਂ ਹਮੇਸ਼ਾ ਰੱਬ ਦੀ ਗੱਲ ਕਰਦੇ ਹੋਏ ਉੱਪਰ ਵੱਲ ਮੂੰਹ ਚੱਕਦੇ ਹਾਂ, ਉੱਪਰ ਵੱਲ ਦੇਖਦੇ ਹਾਂ ਜਾਂ ਉੱਪਰ ਵੱਲ ਅੱਖਾਂ ਕਰਦੇ ਹਾਂ। ਪਰ ਗੁਰਮਤਿ ਵਿਚਾਰਧਾਰਾ ਦੇ ਵਿੱਚ ਇਹ ਨਹੀਂ ਹੈ ਗੱਲ। ਗੁਰਮਤਿ ਵਿਚਾਰਧਾਰਾ ਦੇ ਵਿੱਚ ਖਲਕ ਮੈਂ ਖਲਕ ਵਸਿਆ ਰੱਬ ਮਾਹੀ, ਉਹ ਖਲਕਤ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਹੈ, ਸਾਰਿਆਂ ਵਿੱਚ ਸੁਭਾਇਮਾਨ ਹੈ, ਵਿਚਰ ਰਿਹਾ ਹੈ। ਜਦੋਂ ਅਸੀਂ ਇਹ ਸਮਝਾਂਗੇ ਕਿ ਸਾਰਿਆਂ ਦੇ ਵਿੱਚ ਹੈ, ਹਰ ਥਾਂ ਹੈ, ਹਰ ਜਗ੍ਹਾ ਉਹ ਸੁਭਾਇਮਾਨ ਹੈ, ਤਾਂ ਫਿਰ ਅਸੀਂ ਬੰਦੇ ਦੇ ਵਿੱਚ ਰੱਬ ਨੂੰ ਜਾਣਦੇ ਹੋਏ ਬੰਦੇ ਦਾ ਸਤਿਕਾਰ ਵੀ ਕਰਾਂਗੇ, ਹਰ ਮਨੁੱਖ ਨੂੰ ਦਿਲੋਂ ਸਤਿਕਾਰ ਕਰਾਂਗੇ। ਜਿਵੇਂ ਬਾਬਾ ਫਰੀਦ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਮਾਣਕ ਸਭ ਅਮੋਲਵੇ, ਕਿ ਮਾਣਕ ਸਾਰੇ ਅਮੋਲਵੇ ਨੇ, ਹੈ ਨਾ। ਤਾਂ ਇਸ ਕਰਕੇ ਕਿਸੇ ਦੇ ਨਾਲ ਤੁਸੀਂ ਜ਼ੁਲਮ ਜਬਰ ਜਦੋਂ ਕਰਦੇ ਹੋ ਤਾਂ ਉਹ ਰੱਬ ਦੇ ਨਾਲ ਵੀ ਜਬਰ ਜ਼ੁਲਮ ਕਰਦੇ ਹੋ, ਰੱਬ ਦੀ ਵਿਚਾਰਧਾਰਾ ਦੇ ਨਾਲ ਜਬਰ ਜ਼ੁਲਮ ਕਰ ਰਹੇ ਹੋ। ਖੈਰ, ਇਹ ਅਸੀਂ ਇੱਕ ਓਂਕਾਰ ਨੂੰ ਸੰਖੇਪ ਰੂਪ ਦੇ ਵਿੱਚ ਜਾਣਨ ਦਾ ਯਤਨ ਕੀਤਾ ਹੈ। ਅਸਲ ਇਹ ਜਿਹੜਾ ਜਪਜੀ ਸਾਹਿਬ ਦਾ ਮੂਲ ਮੰਤਰ ਹੈ, ਇਹ ਐਟਰੀਬਿਊਟਸ ਆਫ ਗੋਡ ਨੇ,
कि रब के गुण की ने। जे कोई पुछदा है कि रब की है, मतलब सिक्खी के अनुसार, गुरमत के अनुसार, गुरु ग्रंथ साहिब के अनुसार वी कैन से कि परमात्मा की है, तो वो शुरुआत के विच ही गुरु नानक देव जी ने सानू ये विचारधारा दे के दस दिता कि रब है कि एक्चुअल दे विच। क्योंकि दो धारावां, जे असीं भगती मूवमेंट की भी गल करते हैं, उत्थे भी परमात्मा संबंधी दो धारावां मिलदियां ने कि ट्रांसेंडेंट ते इमानेंट। कोई कहता वो निर्गुण है तो कोई सरगुण परमात्मा की गल करता है। जे असीं इस गल नूं सिੱਖੀ दे विच जां गुरु ग्रंथ साहिब के अनुसार देखते हाँ कि गुरबाणी ने परमात्मा नूं दोहें रूपां दे विच कहा। फिर दोहे रूप किमें ने, क्योंकि सरगुण ब्रह्म के विच तां यह आउंदा है कि परमात्मा की मूर्ति बनाई जाए, मूर्ति बना के जिहड़े आइडियल वर्शिप है, पर अकॉर्डिंग टू गुरबाणी आइडियल वर्शिप इज प्रोहिबिटेड, कि आइडियल मूर्ति पूजा करना मना है। फिर ये किस तरह होया, सरगुण ते निर्गुण एक किवें होए? निर्गुण अवस्था उही है जिहड़ी असीं बाणी दे विच हुण असीं देख रहे सीगे, बाणी दीआं पंक्तियां कि परमात्मा है जो एक है, हर थां दा व्यापक है। सरगुण किस तरह? जे सरगुण ब्रह्म की गल असीं गुरबाणी दे विचों देखीए तो सानू बहुत क्लीयर, बहुत वधिया तरीके राहीं गुरु नानक देव जी अपनी बाणी सोला दे विच समझाउंदे ने। असीं आम तौर ते वो शब्द पढ़ते हैं जिन्हों असीं आरती भी कहते हैं कि गुरु नानक देव जी ने ब्रह्म की आरती की है। उत्थे वो एक पंक्ति दे विच कहंदे ने कि सहस तव नैन नर नैन है तोए को। ये सरगुण ते निर्गुण की है, उस संबंधी सानू पुख्ता एग्जाम्पल गुरबाणी दे विचों मिलती है कि हे परमात्मा सहस तव नैन, तेरे हजारां नैन हैं। इस पंक्ति का शाब्दिक अर्थ है नन नैन है तोए को। पर नैक्सट इस पंक्ति दे इस सेंटेंस के सैकंड फेज के विचों कहंदे ने तेरा एक भी नैन नहीं। मतलब एक पासे कहते तेरे हजारां नैन ते दूजे पासे कहते तेरे एक भी नैन नहीं। एक्चुअल दे विच सरगुण रूप दे विच तेरे हजारां नैन नहीं, निर्गुण रूप दे विच तेरा एक भी नैन नहीं। थोड़ा जिहा इसनूं होर खोलीए असीं कि जिन्नी दुनिया दे विच लोग वसदे ने वो रब दे ही तां नैन ने, वो परमात्मा ही तां रूप ने, बंदा भी उहदा ही रूप हैगा। इस करके उन्हां दे नैन तेरे नैन हो गए। पर जे असीं कहीए भी स्पैसीफिक किसी एक बंदे नूं बिठा के कहीए कि दिस इज गॉड, एक्चुअली अकॉर्डिंग टू गुरमत विचारधारा गुरमत थॉट्स, इट्स रॉन्ग। मैन इज नॉट गॉड, बट बंदा परमात्मा का रूप है। इसे करके इनू असीं सरगुण ब्रह्म दे विच लैंदे हां। सरगुण आप निर्गुण भी होई, कलाधार जिन सगली होई। ये इसकी व्याख्या इस पंक्ति दे विच गुरु नानक देव जी करते हैं। सहस तव नैन नन नैन है तो तोहे को, सहस मूरत नन्ना एक तोहे। कि तेरियां हजारां मूर्तियां ने पर निर्गुण रूप दे विच तेरी कोई भी मूर्ति नहीं हैगी। सहस मूर्त नन्ना एक तोहे, सहस पद बिमल नन एक पद गंध बिन, सहस तव गंध विच चलत मोही। तेरे हजारां पैर ने ते पर निर्गुण रूप दे विच तेरा एक भी पैर नहीं, है ना। सहस तव गंध विच चलत मोही, हजारां तेरे गंध मीन नक, हजारां नक ने पर निर्गुण रूप दे विच कोई भी नक नहीं। सो इस तरीके राहीं एक ओंकार नूं गुरबाणी दे विच वख-वख तरीके राहीं इंटरप्रेट किया गया। असीं बाणी च वख-वख थावां ते देख भी सकते हैं कि गुरबाणी ने किस तरीके राहीं सानू ब्रह्म की अकाल पुरख की व्याख्या दड़ाई है। पूरे गुरु ग्रंथ साहिब जी दे विच 1430 पेजेस दे विच इसे गल नूं दृढ़ करवाया गया है कि रब है की। जदों असीं इस गल नूं समझ लैंदे हां फिर असीं अगे तुरदे हां, अगे वधदे हां। ये मूल विचारधारा है। परमात्मा का अगला स्वरूप जो उसका गुण की है उसनूं गुरु नानक देव जी ने सत्यनाम कहा है। सत्यनाम नाम। नेक्स्ट क्वेश्चन इज व्हाट इज द नेम ऑफ गॉड, कि रब का नाम की है। क्योंकि इन एवरी रिलीजन देयर इज समथिंग नेम्ड अबाउट द गॉड। कि कोई कहता कि अल्लाह इज द नेम ऑफ गॉड, गॉड इज द नेम, है ना, ऑफ गॉड। अदरवाइज सम सेज राम एटसेट्रा। बट when we see the Sikhi, when we see the Guru Granth Sahib, according to Guru Granth Sahib, there is not specific name of God.
not say this is the actual name of God. We cannot say. ਇਸ ਗੱਲ ਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਕਿਵੇਂ ਦੇਖ ਸਕਦੇ ਹਾਂ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਇੱਕ ਥਾਂ 'ਤੇ ਕਹਿੰਦੇ ਨੇ, ਕੀਰਤਮ ਨਾਮ ਕਥੇ ਤੇਰੇ ਜੇਵਾ ਸਤਨਾਮ ਤੇਰਾ ਪਰਾਪੂਰਬ, ਕਿ ਪਰਮਾਤਮਾ ਤੇਰੇ ਕੰਮਾਂ ਦੇ ਹਿਸਾਬ ਦੇ ਨਾਲ, ਕਿ ਜੇ ਪਰਮਾਤਮਾ ਦਿਆਲਤਾ ਕਰਦਾ ਹੈ ਅਸੀਂ ਕਹਿ ਦਿੰਦੇ ਹਾਂ ਕਿ ਉਹ ਦਿਆਲੂ ਹੈ, ਜੇ ਪਰਮਾਤਮਾ ਕਿਰਪਾ ਕਰਦਾ ਹੈ ਅਸੀਂ ਕਿਰਪਾਲੂ ਕਹਿ ਦਿੰਦੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਮ ਹੈ ਰਹੀਮ ਹੈ, ਕਰੀਮੇ ਰਹੀਮੇ ਅਨਾਮੇ ਅਠਾਮੇ, ਇਸ ਤਰੀਕੇ ਰਾਹੀਂ ਪਰਮਾਤਮਾ ਦੇ ਨਾਮ ਵੱਖ-ਵੱਖ ਨਾਮ ਦਰਜ ਕੀਤੇ ਨੇ, ਪਰ ਕਿਤੇ ਵੀ ਇਹ ਨਹੀਂ ਕਿਹਾ ਕਿ ਦਿਸ ਇਜ਼ ਦਾ ਬੈਸਟ, ਦਿਸ ਇਜ਼ ਦਾ ਐਕਚੁਅਲ ਨੇਮ ਆਫ ਗॉड, ਇਹ ਕਿਤੇ ਨਹੀਂ ਕਿਹਾ। ਤੇ ਫਿਰ ਨਾਮ ਕੀ ਹੈ? ਤਾਂ ਫਿਰ ਸਤ, ਗੁਰੂ ਸਾਹਿਬ ਜੀ ਨੇ ਇਸ ਝਗੜੇ ਨੂੰ ਮਿਟਾਉਣ ਦੇ ਲਈ ਕਿਹਾ ਤਾਂ ਸਤ। ਸਤ ਮੀਨਸ ਇੱਥੇ ਸਤ ਦਾ ਮਤਲਬ ਕੋਈ ਸੱਚ ਝੂਠ ਦੀ ਗੱਲ ਨਹੀਂ, ਇੱਥੇ ਸਤ ਦਾ ਮਤਲਬ ਸਦੀਵੀ, ਸਦੀਵੀ, ਪਰਮਾਨੈਂਟ। The existence of God is permanent. Everything ਜੋ ਵੀ ਅਸੀਂ ਦੇਖਦੇ ਹਾਂ ਉਹ ਵਿਨਸਣ ਵਾਲਾ ਹੈ। ਵਿਨਸਣ ਤੋਂ ਭਾਵ ਹੈ ਹਰ ਚੀਜ਼ ਦੇ ਉੱਤੇ ਸਮੇਂ ਦਾ ਪ੍ਰਭਾਵ ਹੈ। ਮੀਨਸ ਇਹ ਮੇਰੇ ਹੱਥ ਵਿੱਚ ਚੌਕ ਹੈ, ਚੌਕ ਹੈ ਜਿਹੜਾ, ਉਹ ਇੱਕ ਟਾਈਮ ਆਊਗਾ ਜੇ ਅਸੀਂ ਇਹਨੂੰ ਇਸੇ ਤਰ੍ਹਾਂ ਪਿਆ ਰਹਿਣ ਦੀਏ ਇਹ ਭੁਰ ਜਾਏਗਾ, ਨਸ਼ਟ ਹੋ ਜਾਏਗਾ, ਅਤੇ ਇਸੇ ਤਰ੍ਹਾਂ ਆਪਣੇ ਤੱਤਾਂ ਦੇ ਵਿੱਚ ਐਲੀਮੈਂਟਸ ਇਹਦੇ ਉਸੇ ਤਰ੍ਹਾਂ ਰਲ ਮਿਲ ਜਾਣਗੇ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਬਾਡੀ ਹੈ ਨਾ, ਇਹ ਨਾਸ਼ ਹੁੰਦਾ ਹੈ। ਹਰ ਚੀਜ਼ ਦਾ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਅਤੇ ਉਹ ਨਾਸ਼ ਹੁੰਦੀ ਹੈ, ਖਤਮ ਹੁੰਦੀ ਹੈ, ਜਾਂ ਉਹ ਟਾਈਮ ਦੇ ਵਿੱਚ ਹੈ, ਸਮੇਂ ਦੇ ਵਿੱਚ ਹੈ, ਸਮੇਂ ਦੇ ਪ੍ਰਭਾਵ ਦੇ ਵਿੱਚ ਹੈ। ਪਰ God is beyond from the time, ਉਹ ਸਦੀਵੀ ਹੈ। ਸਤਨਾਮ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਦੀਵੀ ਹੋਣ ਵਾਲਾ ਹੈ। ਪਰਮਾਤਮਾ ਸਦੀਵੀ ਹੈ, ਪਰਮਾਨੈਂਟ ਹੈ। ਇਹ ਉਹਦਾ, ਜੇ ਅਸੀਂ ਕਹਿਣਾ ਹੋਈਏ ਕਿ ਉਹਦਾ ਅਸਲ ਨਾਮ ਕੀ ਹੈ, ਪਰ ਇਹ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹ ਸਦੀਵੀ ਹੈ, ਕਿ ਪਰਮਾਤਮਾ ਸਦੀਵੀ ਹੈ। ਉਹਨੂੰ ਕਿਸੇ ਵੀ ਹੋਰ ਪੱਕੇ ਨਾਮ ਦੇ ਨਾਲ ਅਸੀਂ ਸੰਬੋਧਨ ਨਹੀਂ ਕਰ ਸਕਦੇ ਕਿ ਹਾਂ ਇਹੀ ਉਸਦਾ ਨਾਮ ਹੈ। ਇਸ ਤੋਂ ਅਗਲਾ ਜਿਹੜਾ ਸੈਂਟੈਂਸ ਹੈ, ਸਤਨਾਮ, ਨਾਮ ਤੋਂ ਬਾਅਦ ਕਰਤਾ ਪੁਰਖ। ਕਰਤਾ ਪੁਰਖ, ਕਰਤਾ ਪੁਰਖ ਦਾ ਕੀ ਭਾਵ ਹੈ? ਕਰਤਾ ਕ੍ਰੀਏਟਰ, ਪੁਰਖ ਸੁਭਾਇਮਾਨ, ਵਿਰਾਜਮਾਨ, ਹਰ ਥਾਂ 'ਤੇ ਵਿਆਪਕ, ਵਿਆਪਕ ਪੁਰਖ, ਕਿ ਗॉड ਇਜ਼ ਕ੍ਰੀਏਟਰ ਆਫ ਐਵਰੀਥਿੰਗ। ਇਹ ਇੱਕ ਸਵਾਲ ਹਮੇਸ਼ਾ ਉਠਾਇਆ ਜਾਂਦਾ ਹੈ ਕਿ ਸ੍ਰਿਸ਼ਟੀ ਕਿਹਨੇ ਬਣਾਈ ਹੈ, ਸ੍ਰਿਸ਼ਟੀ ਬਣੀ ਕਿਸ ਤਰ੍ਹਾਂ। ਸਾਇੰਸ ਇਸ ਸਵਾਲ ਨੂੰ ਆਪਣੇ ਤਰੀਕੇ ਰਾਹੀਂ ਦੱਸਦੀ ਹੈ ਕਿ ਸ੍ਰਿਸ਼ਟੀ ਦੇ ਜੀਵ, ਜਿਸ ਤਰ੍ਹਾਂ ਡਾਰਵਿਨ ਦੀ ਥਿਊਰੀ ਤੋਂ ਪਹਿਲਾਂ ਸਾਇੰਸ ਕੁਝ ਹੋਰ ਸੋਚਦੀ ਸੀ, ਜਾਂ ਅਲੱਗ-ਅਲੱਗ ਵਿਚਾਰਧਾਰਾਵਾਂ ਮਿਲਦੀਆਂ ਸੀ। ਡਾਰਵਿਨ ਦੀ ਥਿਊਰੀ ਆਫ ਐਵੋਲਿਊਸ਼ਨ ਦੇ ਨਾਲ ਇੱਕ ਵੱਖਰੀ ਕ੍ਰਾਂਤੀ ਹੈ ਅਤੇ ਵੱਖ-ਵੱਖ ਤਰੀਕੇ ਰਾਹੀਂ ਗੱਲ ਹੋਣੀ ਸ਼ੁਰੂ ਹੋਈ। ਇਸ ਤੋਂ ਬਾਅਦ ਸ੍ਰਿਸ਼ਟੀ ਦੀ ਰਚਨਾ ਦੇ ਲਈ ਹੋਰ ਥਿਊਰੀਜ਼ ਆਈਆਂ, ਬਿਗ ਬੈਂਗ ਦੀ ਥਿਊਰੀ ਦੀ ਗੱਲ ਆਈ, ਅਲੱਗ-ਅਲੱਗ ਹੁਣ ਵੀ ਸਾਇੰਸ ਆਪਣੇ ਤਰੀਕੇ ਰਾਹੀਂ ਬਿਆਨ ਕਰਨ ਦਾ ਯਤਨ ਕਰਦੀ ਹੈ। ਔਰ ਰਿਲੀਜਨ ਦੇ ਵਿੱਚ ਵੱਖ-ਵੱਖ ਥਿਊਰੀਜ਼ ਨੇ, ਜਿੱਦਾਂ ਬਾਈਬਲ ਦੇ ਵਿੱਚ ਇਹ ਕਿਹਾ ਗਿਆ ਕਿ ਸ੍ਰਿਸ਼ਟੀ ਹੈ ਜਿਹੜੀ ਆ ਵਿਦਿਨ 6 ਡੇ ਕੰਪਲੀਟ ਹੋਈ, ਤਾਂ 7th ਡੇ ਗॉड ਨੇ ਰੈਸਟ ਕੀਤੀ। ਇਸ ਤਰ੍ਹਾਂ ਅਲੱਗ-ਅਲੱਗ ਵਿਚਾਰਧਾਰਾਵਾਂ ਮਿਲਦੀਆਂ ਨੇ। ਗੁਰਮਤਿ ਨੇ ਇਸ ਬਾਰੇ, ਜਾਂ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਪਰਮਾਨੈਂਟ ਕੋਟੇਸ਼ਨ ਨਹੀਂ ਦੱਸੀ ਕਿ ਇਹੀ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਰਚੀ ਹੋਏਗੀ। ਹਾਂ, ਅਨੁਮਾਨ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲ ਜਾਂਦੇ ਨੇ, ਪਰ ਇੱਥੇ ਜਿਹੜੀ ਅਸੀਂ ਸਿੰਪਲ ਗੱਲ ਅਸੀਂ ਇੱਥੇ ਕਰਨੀ ਆ ਉਹ ਇਹ ਆ ਕਿ ਇਟ ਇਜ਼ ਟਰੂ ਕਿ ਗॉड ਇਜ਼ ਦ ਕ੍ਰੀਏਟਰ ਆਫ ਯੂਨੀਵਰਸ ਐਂਡ ਐਵਰੀਥਿੰਗ ਵਿਚ ਵੀ ਆਰ ਸੀਇੰਗ। ਬਟ ਕ੍ਰੀਏਟਰ ਕਿੱਦਾਂ ਦਾ ਹੈ? ਕ੍ਰੀਏਟਰ ਤਾਂ ਬਹੁਤ ਹੁੰਦੇ ਆ, ਪੁਰਖ ਕ੍ਰੀਏਟਰ ਹੈ। ਮੀਨਸ ਅਸੀਂ ਜੋ ਵੀ ਕੁਝ ਦੇਖਦੇ ਹਾਂ ਉਹਦੇ ਵਿੱਚੋਂ ਕੋਈ ਨਾ ਕੋਈ ਉਹਦਾ ਕ੍ਰੀਏਟਰ ਹੁੰਦਾ। ਜਿੱਦਾਂ ਮਕਾਨ ਬਣਾਉਣ ਵਾਲਾ ਮਿਸਤਰੀ ਹੈ, ਫਰਨੀਚਰ ਵਾਲਾ ਮਿਸਤਰੀ ਹੈ, ਜਿੱਦਾਂ ਇਹ ਡਸਟਰ ਵੀ ਕਿਸੇ ਨੇ ਬਣਾਇਆ ਹੈ, ਬੋਰਡ ਕਿਸੇ ਨੇ ਬਣਾਇਆ, ਇਸ ਤਰੀਕੇ ਰਾਹੀਂ। ਪਰ ਉਹ ਕ੍ਰੀਏਟਰ ਜਿਹੜਾ ਬਣਾ ਦਿੰਦਾ ਚੀਜ਼ ਨੂੰ, ਬਣਾ ਕੇ ਇਸ ਤੋਂ ਪਰਾਂ ਹੋ ਜਾਂਦਾ। ਪਰਾਂ ਮੀਨਸ ਜਿਸ ਮਿਸਤਰੀ ਨੇ ਇਹ ਬਿਲਡਿੰਗ ਬਣਾਈ, ਉਹ ਮਿਸਤਰੀ ਅੱਜ ਇੱਥੇ ਨਹੀਂ ਹੈ, ਉਹ ਕਿਤੇ ਹੋਰ ਕੁਝ ਕਰ ਰਿਹਾ ਹੈ। ਇਸੇ ਤਰ੍ਹਾਂ ਮਤਲਬ ਕ੍ਰੀਏਟਰ ਪਰਾਂ ਹੋ ਜਾਂਦਾ। ਪਰ ਅਕਾਲ ਪੁਰਖ ਹੈ ਜਿਹੜਾ ਐਸਾ ਕ੍ਰੀਏਟਰ ਹੈ
ਜਿਹੜਾ ਆਪਣੀ ਸ੍ਰਿਸ਼ਟੀ ਬਣਾ ਕੇ ਉਹਦੇ ਵਿੱਚ ਹੀ ਸੁਭਾਇਮਾਨ ਹੈ, ਕਿਤੇ ਗਿਆ ਨਹੀਂ। ਇਹ ਗੁਰਮਤਿ ਨੇ ਇਸ ਅਕਾਲ ਪੁਰਖ ਕਰਤਾ ਪੁਰਖ ਨੂੰ ਇਸ ਤਰੀਕੇ ਰਾਹੀਂ ਬਿਆਨ ਕੀਤਾ ਹੈ। ਕਰਤਾ ਪੁਰਖ ਨਿਰਭਉ। The next attribute of God is ਨਿਰਭਉ। What is the meaning of ਨਿਰਭਉ? ਨਿਰਭਉ ਸ਼ਬਦ ਹੈ ਜਿਹੜਾ ਨਿਰ ਪਲਸ ਭਉ ਦਾ ਸਮੂਹ ਹੈ। ਨਿਰ ਨਾ ਭਉ ਡਰ, ਡਰ ਨਾ, ਜਿਹਨੂੰ ਡਰ ਨਹੀਂ ਹੈਗਾ। ਹੀ ਇਜ਼ ਵਿਦਾਊਟ ਫੀਅਰ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਇਹ ਇੱਕ ਗੁਣ ਹੈ ਅਕਾਲ ਪੁਰਖ ਦਾ ਕਿ ਅਸੀਂ ਇਹ ਗੁਰੂ ਸਾਹਿਬ ਨੇ ਇਹ ਅਕਾਲ ਪੁਰਖ ਦਾ ਇਹ ਗੁਣ ਦੇ ਕੇ ਅਕਾਲ ਪੁਰਖ ਨੂੰ ਇਸ ਤਰ੍ਹਾਂ ਨਿਰਭਉ ਕਹਿ ਕੇ ਸਾਡੇ ਮਨਾਂ ਦੇ ਵਿੱਚ ਜਿਹੜੀ ਕਿ ਮੱਧ ਕਾਲ ਤੋਂ ਸਾਡੇ ਜਾਂ ਪ੍ਰਾਚੀਨ ਕਾਲ ਤੋਂ ਇੱਕ ਡਰ ਬੈਠਿਆ ਹੋਇਆ ਸੀ ਕਿ ਬੰਦਾ ਬੰਦੇ ਤੋਂ, ਮਨੁੱਖ ਤੋਂ ਡਰਦਾ ਹੈ ਕਿਸੇ, ਇਸ ਕਰਕੇ ਉਹ ਹਮੇਸ਼ਾ ਕੁਝ ਆਪਣੇ ਮਨ ਦੇ ਅਨੁਸਾਰ ਜਿਹੜੀਆਂ ਗੱਲਾਂ ਨਹੀਂ ਹੁੰਦੀਆਂ ਉਹ ਕਰਨ ਦਾ ਯਤਨ ਕਰਦਾ ਹੈ, ਜਾਂ ਜਿਹੜੀਆਂ ਸਹੀ ਗੱਲਾਂ ਵੀ ਨਹੀਂ ਹੁੰਦੀਆਂ ਉਹ ਵੀ ਕਰਨ ਦਾ ਯਤਨ ਕਰਦਾ ਹੈ, ਕਿਉਂਕਿ ਉਹਨੂੰ ਡਰ ਹੈ। ਇਹ ਡਰ ਜਿਹੜਾ ਹਕੂਮਤ ਜਾਂ ਜਿਹੜੇ ਬਾਦਸ਼ਾਹ ਲੋਕ ਨੇ ਇਹ ਬੰਦਿਆਂ ਦੇ ਪਰਜਾ 'ਤੇ ਪਾਉਂਦੇ ਰਹਿੰਦੇ ਨੇ। ਪਰ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਇਹ ਗੁਣ ਕਹਿ ਕੇ ਸਾਡੇ ਅੰਦਰ ਮਨੁੱਖਾਂ ਦੇ ਵਿੱਚ, ਮਨੁੱਖਤਾ ਦੇ ਵਿੱਚ ਇੱਕ ਡਰ ਖਤਮ ਕਰ ਦਿੱਤਾ, ਇੱਕ ਭੈ ਖਤਮ ਕਰ ਦਿੱਤਾ ਕਿ ਜਿਸ ਚੀਜ਼ ਦੇ ਨਾਲ ਤੁਹਾਡਾ ਸੰਬੰਧ ਹੈ, ਜਿਹੜੀ ਚੀਜ਼ ਤੁਹਾਡੇ ਅੰਦਰ ਆਪਣੇ ਆਪ ਦੇ ਵਿੱਚ ਹੈ, ਉਹ ਜੇ ਉਹ ਡਰਦੇ ਨਹੀਂ ਤਾਂ ਤੁਸੀਂ ਕਿਸ ਤਰ੍ਹਾਂ ਡਰ ਸਕਦੇ ਹੋ? ਜੇ ਅਕਾਲ ਪੁਰਖ ਸਾਡੇ ਅੰਦਰ ਸੁਭਾਇਮਾਨ ਹੈ ਤੇ ਉਹ ਡਰ ਤੋਂ ਰਹਿਤ ਹੈ, ਤੇ ਫਿਰ ਵਾਈ ਵੀ ਆਰ ਫੀਲਿੰਗ, ਅਸੀਂ ਕਿਉਂ ਡਰ ਰਹੇ ਹਾਂ? ਸਾਨੂੰ ਕਿਸ ਚੀਜ਼ ਦਾ ਡਰ ਹੈ? ਗੁਰਬਾਣੀ ਨੇ ਸਾਨੂੰ ਇਸ ਬਾਰੇ ਕਈ ਥਾਂ 'ਤੇ ਕਹੀ ਹੈਗੀ ਕਿ ਸੋ ਡਰੈ ਜੇ ਪਾਪ ਕਮਾਉਣ ਦਾ ਡਰ, ਡਰੇ ਉਹ ਜੇ ਕੋਈ ਪਾਪ ਕਰਦਾ ਹੈ। ਧਰਮੀ ਵਿਕਸਿਤ, ਡਰ ਡਰ ਡਰਨਾ ਮਨ ਕਾ ਸ਼ੋਰ, ਕਿ ਡਰਨਾ ਜਿਹੜਾ ਉਹ ਮਨ ਦਾ ਸ਼ੋਰ ਹੈ। ਉਹਦਾ ਕਾਰਨ ਇਹ ਕਿ ਜਦੋਂ ਅਸੀਂ ਪਾਪ ਕਰਦੇ ਹਾਂ ਉਦੋਂ ਅਸੀਂ ਡਰੀਏ, ਪਰ ਜਦੋਂ ਅਸੀਂ ਨਿਰਭਉ ਵਿਚਰੀਏ, ਕਿਉਂਕਿ ਅਕਾਲ ਪੁਰਖ ਆਪ ਖੁਦ ਨਿਰਭਉ ਹੈ। ਨੈਕਸਟ ਐਟਰੀਬਿਊਟ ਇਜ਼ ਨਿਰਭੈ। ਹੁਣ ਇਹ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਨਿਰਭਉ ਹੋ ਜਾਂਦਾ, ਡਰਦਾ ਨਹੀਂ, ਤੇ ਉਦੋਂ ਉਹ ਦੂਸਰੇ 'ਤੇ ਜ਼ੁਲਮ ਵੀ ਕਰਦਾ। ਪਰ ਨਾਲ ਹੀ ਗੁਰੂ ਸਾਹਿਬ ਨੇ ਕਿਹਾ ਤਾਂ ਨਿਰਵੈਰ, ਕਿ ਪਰਮਾਤਮਾ ਉਹ ਵੈਰ ਤੋਂ ਵੀ ਰਹਿਤ ਹੈ। ਉਹਨੂੰ ਕਿਸੇ ਦੇ ਨਾਲ ਵੈਰ ਨਹੀਂ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਕਿਸੇ ਦੇ ਲਈ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਰੱਖਦਾ ਕਿ ਮੈਂ ਫਲਾਣੇ ਬੰਦੇ ਦੇ ਨਾਲ ਜਾਂ ਇਸ ਤਰੀਕੇ ਰਾਹੀਂ ਈਰਖਾ ਰੱਖ ਕੇ, ਵੈਰ ਰੱਖ ਕੇ ਉਹਨੂੰ ਖਤਮ ਕਰਨਾ। ਇਹ ਗੁਰਮਤਿ ਦਾ ਕਨਸੈਪਟ ਹੈ ਕਿ ਵੈਰ ਨਹੀਂ ਰੱਖਣਾ। ਗੁਰਬਾਣੀ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਅਸੀਂ ਪੜ੍ਹਦੇ ਹਾਂ ਕਿ ਕਈ ਵਾਰ ਅਸੀਂ ਭੁਲੇਖੇ ਦੇ ਵਿੱਚ ਇਹ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਾਂ ਗੁਰਸਿੱਖਾਂ ਨੇ ਇਸ ਤਰ੍ਹਾਂ ਵੈਰੀ ਦੇ ਨਾਲ ਵੈਰੀ ਨੂੰ ਖਤਮ ਕੀਤਾ, ਉਹਦੇ ਨਾਲ ਵੈਰ ਕਮਾਇਆ। ਅਸਲ ਦੇ ਵਿੱਚ ਵੈਰ ਨਹੀਂ ਹੈ। ਗੁਰਮਤਿ ਦੇ ਵਿੱਚ ਕਿਸੇ ਨੂੰ ਸੋਧਣਾ ਤਾਂ ਹੋ ਸਕਦਾ, ਕਿਸੇ ਦੀ ਭਲਾਈ ਕਰਨੀ ਤਾਂ ਹੋ ਸਕਦੀ ਹੈ। ਜਿਵੇਂ ਗੁਰੂ ਸਾਹਿਬ ਨੇ ਕਈ ਵਾਰ ਕਿਸੇ ਦੀ ਭਲਾਈ ਬਖਸ਼ਿਸ਼ ਰਾਹੀਂ ਕੀਤੀ, ਤੇ ਕਈ ਵਾਰ ਜੰਗ ਦੇ ਮੈਦਾਨ ਦੇ ਵਿੱਚ ਵੀ ਉਹਨਾਂ ਨੇ ਪੈਂਦੇ ਖਾਨ ਵਰਗਿਆਂ ਦੀ ਭਲਾਈ ਕੀਤੀ। ਮੀਨਜ਼ ਬੁਰਾਈ ਦਾ ਖਾਤਮਾ ਆਪਣੇ ਆਪ ਦੇ ਵਿੱਚ ਇੱਕ ਭਲਾਈ ਦਾ ਹੀ ਕਦਮ ਹੈ। ਸੋ ਕਿਉਂਕਿ ਗੁਰਮਤਿ ਦਾ ਜਿਹੜਾ ਸਿਧਾਂਤ ਹੈ ਬੜਾ ਅਮੁੱਲ ਸਿਧਾਂਤ ਹੈ ਕਿ ਨਿਰਵੈਰ, ਕਿਸੇ ਨਾਲ ਵੈਰ ਨਹੀਂ ਕਮਾਉਣਾ, ਕਿਉਂਕਿ ਅਕਾਲ ਪੁਰਖ ਆਪ ਖੁਦ ਨਿਰਵੈਰ ਹੈ। ਹੀ ਇਜ਼ ਵਿਦਾਊਟ ਐਨਿਮਿਟੀ, ਉਹ ਵੈਰ ਨਹੀਂ ਕਮਾਉਂਦਾ। ਨਿਰਭਉ ਨਿਰਵੈਰ। Now next phrase is ਅਕਾਲ ਮੂਰਤ। ਅਕਾਲ ਮੂਰਤ, ਮੂਰਤ ਦਾ ਇੱਥੇ ਅਰਥ ਹੈ ਕੋਈ ਸਟੈਚੂ ਨਹੀਂ ਜਾਂ ਆਈਡੀਅਲ ਵਰਸ਼ਿਪਬਲ ਸੰਕੇਤ ਨਹੀਂ। ਮੂਰਤ ਐਗਜ਼ਿਸਟੈਂਸ, ਹੋਂਦ। ਰੱਬ ਦੀ ਹੋਂਦ ਕਿੱਦਾਂ ਦੀ ਹੈ? ਗੁਰੂ ਸਾਹਿਬ ਕਹਿੰਦੇ ਅਕਾਲ ਹੈ ਉਸ ਦੀ ਹੋਂਦ। ਅਕਾਲ ਮੀਨਸ ਇਟਰਨਲ। ਅਕਾਲ ਦੋ ਸ਼ਬਦਾਂ ਤੋਂ ਮਿਲਿਆ, ਆੜਾ ਅਗੇਤਰ ਪਸ ਕਾਲ। ਕਾਲ ਅਸੀਂ ਕਹਿ ਦਈਏ ਸਮਾਂ, ਸਮੇਂ ਤੋਂ ਰਹਿਤ, ਸਮੇਂ ਤੋਂ ਬਿਯੋਂਡ, ਸਮੇਂ ਤੋਂ ਪਰੇ। ਮੈਂ ਅਸੀਂ ਪਹਿਲਾਂ ਵੀ ਰਿਪੀਟ ਕਰ ਚੁੱਕੇ ਹਾਂ ਗੱਲ ਕਿ ਅਕਾਲ ਪੁਰਖ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਹਰ ਚੀਜ਼ ਦੇ ਉੱਤੇ ਸਮੇਂ ਦਾ ਪ੍ਰਭਾਵ ਹੈ। ਐਵਰੀਥਿੰਗ ਇਨ ਦਿਸ ਵਰਲਡ
ਅਕੋਰਡਿੰਗ ਟੂ ਟਾਈਮ। ਹਰ ਚੀਜ਼ ਸਮੇਂ ਦੇ ਨਾਲ ਬਦਲਦੀ ਹੈ, ਸਮੇਂ ਦੇ ਨਾਲ ਨਾਸ਼ ਹੋ ਜਾਂਦੀ ਹੈ। ਪਰ ਗੋਡ ਹੈ ਜਿਹੜਾ ਇਟਰਨਲ ਹੈ, ਇਸ ਕਰਕੇ ਉਹਨੂੰ ਉਹਦੀ ਹੋਂਦ ਨੂੰ ਗੁਰੂ ਸਾਹਿਬ ਨੇ ਅਕਾਲ ਕਿਹਾ ਹੈ, ਜਿਹੜਾ ਕਿ ਸਤਨਾਮ ਦੇ ਨਾਲ ਦਾ ਹੀ ਕਨਸੈਪਟ ਗੁਰਬਾਣੀ 'ਚ ਸਾਨੂੰ ਮਿਲਿਆ ਹੈ। ਅਕਾਲ ਮੂਰਤ। The next concept about God is Ajuni. 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 What is the meaning of Ajuni? Ajuni भी दो शब्दों का सुमेल है, अ प्लस जूनी। जून इंडियन विचारधारा ਦੇ ਵਿੱਚ ਜਾਂ ਇੰਡੀਅਨ ਅਕੋਰਡਿੰਗ ਟੂ ਇੰਡੀਅਨ ਫਿਲਾਸਫੀ देयर आर 84 ਲੱਖ ਜੂਨਾਂ। ਕਿ ਤੁਸੀਂ ਦੇਖੋ, ਅਸੀਂ ਦੇਖਦੇ ਹਾਂ ਕਿ ਭਾਰਤੀ ਫਿਲਾਸਫੀ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਜੂਨਾਂ ਨੇ, ਜਿਨ੍ਹਾਂ ਦੀ ਗਿਣਤੀ 84 ਲੱਖ ਹੈ। ਤੇ ਗੁਰੂ ਸਾਹਿਬ ਨੇ ਇੱਥੇ ਮੈਂਸ਼ਨ ਕੀਤਾ ਕਿ ਅਕਾਲ ਪੁਰਖ ਕਿਸੇ ਵੀ ਜੂਨੀ 'ਚ ਨਹੀਂ ਹੁੰਦਾ। ਭਾਵੇਂ ਕਿ ਗੁਰਬਾਣੀ ਨੇ ਕਿਤੇ ਤੇਰੇ ਰੂਪ ਰੰਗ ਦੇ ਵਿੱਚ ਇਹ ਕਿਹਾ ਹੈ ਕਿ ਬੇਅੰਤਾਂ ਹੀ ਨੇ, ਉਹਨਾਂ ਦੀ ਰੱਬ ਦੇ ਨੇ ਜਿਹੜੇ ਜੀਵ ਦੁਨੀਆ 'ਤੇ ਪੈਦਾ ਕੀਤੇ ਨੇ, ਉਹਨਾਂ ਨੂੰ ਅਸੀਂ ਸਪੈਸੀਫਿਕ ਕਹਿ ਹੀ ਨਹੀਂ ਸਕਦੇ, ਉਹ ਬੇਅੰਤ ਨੇ, ਪਤਾ ਹੀ ਨਹੀਂ ਕਿੰਨੇ ਕਿੰਨੇ, ਕਿਉਂਕਿ ਕਈ ਜੂਨਾਂ ਖਤਮ ਹੋ ਜਾਂਦੀਆਂ ਨੇ, ਕਈ ਪੈਦਾ ਹੋ ਜਾਂਦੀਆਂ ਨੇ, ਕਿੰਨੀਆਂ ਕੁ ਨੇ ਮਤਲਬ ਅਸੀਂ ਨਹੀਂ ਦੱਸ ਸਕਦੇ। ਗੁਰਬਾਣੀ ਨੇ ਇਹ ਗੱਲ ਸਾਨੂੰ ਕਹੀ ਹੈ। ਪਰ ਇਹ ਪੁਰਾਤਨ ਕਨਸੈਪਟ ਵੀ ਸੀ ਕਿ 84 ਲੱਖ ਜੂਨਾਂ ਇਸ ਧਰਤੀ ਦੇ ਉੱਤੇ ਮਿਲਦੀਆਂ ਨੇ ਅਜੂਨੀ। ਪਰ ਉਹਨਾਂ ਵਿੱਚੋਂ, ਉਹਨਾਂ 84 ਲੱਖ ਜਾਂ ਹੋਰ ਜੂਨੀਆਂ ਦੇ ਵਿੱਚੋਂ ਕਿਸੇ ਵੀ ਜੂਨੀ ਦੇ ਵਿੱਚ ਰੱਬ ਨਹੀਂ ਹੁੰਦਾ, ਕਿਉਂਕਿ ਅਵਤਾਰ ਜਿਹੜਾ ਇੰਡੀਅਨ ਫਿਲਾਸਫੀ ਦੇ ਵਿੱਚ ਕਨਸੈਪਟ ਮਿਲਦਾ, ਉਹ ਗੁਰਮਤ ਫਿਲਾਸਫੀ ਦੇ ਨਾਲ ਮੈਚ ਨਹੀਂ ਕਰਦਾ। ਜਦੋਂ ਅਸੀਂ ਕਹਿੰਦੇ ਕਿ ਰੱਬ ਨੇ ਅਵਤਾਰ ਧਾਰਿਆ, ਕਿ ਰੱਬ ਆਪ ਦੁਨੀਆ ਦੇ ਵਿੱਚ ਆਇਆ, ਅਤੇ ਜਦੋਂ ਅਸੀਂ ਇਹ ਕਹਿ ਦਈਏ ਕਿ ਰੱਬ ਇੱਕ ਸਪੈਸੀਫਿਕ ਬੰਦੇ ਦੇ ਰੂਪ 'ਚ ਦੁਨੀਆ 'ਚ ਆਇਆ, ਅਤੇ ਅਸੀਂ ਉਦੋਂ ਗੁਰਬਾਣੀ ਦਾ ਇੱਕ ਓਂਕਾਰ ਦਾ ਕਨਸੈਪਟ ਰੱਦ ਕਰ ਰਹੇ ਹੋਵਾਂਗੇ, ਅਸੀਂ ਗਲਤ ਕਹਿ ਰਹੇ ਹੋਵਾਂਗੇ, ਕਿਉਂਕਿ ਪਰਮਾਤਮਾ ਰੱਬ ਆਪ ਆਪਣਾ ਰੂਪ ਤਾਂ ਭੇਜਦਾ ਹੈ, ਉਹ ਆਪ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ। ਪਰ ਇਸ ਦੇ ਨਾਲ ਇਹ ਜ਼ਰੂਰੀ ਹੈ ਕਿ ਉਹ ਜੂਨੀ 'ਚ ਨਹੀਂ ਆਉਂਦਾ ਰੱਬ, ਕਿਉਂਕਿ ਗੁਰਬਾਣੀ ਨੇ ਕਿਹਾ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ, ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮੂੰਹ ਹੀ ਜਲ ਜਾਵੇ ਜਿਹੜਾ ਕਹੇ ਕਿ ਰੱਬ ਜੂਨੀ 'ਚ ਆਉਂਦਾ ਹੈ। ਸੋ ਇਹ ਗੁਰਬਾਣੀ ਦਾ ਹੀ ਕਨਸੈਪਟ ਹੈ ਅਜੂਨੀ, ਕਿ ਰੱਬ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਕਿਸੇ ਅਵਤਾਰ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਨਹੀਂ ਆਉਂਦਾ ਕਿ ਹਾਂ ਅਸੀਂ ਕਹਿ ਸਕੀਏ ਕਿ ਇੱਥੇ ਹੀ ਰੱਬ ਹੈ, ਇੱਥੇ ਹੀ ਬੈਠਾ ਹੈ, ਕਿਤੇ ਹੋਰ ਰੱਬ ਨਹੀਂ। ਸਹਿ ਤਾਂ ਫਿਰ ਦੈਨ ਉਹ ਹੈ ਕਿ ਜੇ ਉਹ ਸਭ ਕੁਝ ਬਣਾਉਣ ਵਾਲਾ ਹੈ ਤਾਂ ਉਸ ਨੂੰ ਕਿਸ ਨੇ ਬਣਾਇਆ ਹੈ। ਇਸ ਗੱਲ ਨੂੰ ਗੁਰੂ ਨਾਨਕ ਦੇਵ ਜੀ ਇਸ ਗੱਲ ਦਾ ਉੱਤਰ ਇਸ ਰੂਪ ਵਿੱਚ ਦਿੰਦੇ ਨੇ ਕਿ ਉਹ ਸਹਿ ਉਸ ਦਾ ਜਿਹੜਾ ਪ੍ਰਕਾਸ਼ ਹੈ, ਉਸ ਦੀ ਜਿਹੜੀ ਐਗਜ਼ਿਸਟੈਂਸ ਹੈ, ਹੋਂਦ ਹੈ, ਉਸ ਦਾ ਜਿਹੜਾ ਤੇਜ ਹੈ, ਉਹ ਆਪਣੇ ਆਪ ਤੋਂ ਹੀ ਹੈ। ਸਹਿ ਉਹ ਸਵੈ ਹੈ, ਸਵੈੰਭੂ ਹੈ, ਉਹ ਆਪਣੇ ਆਪ ਤੋਂ ਹੈ, ਉਹਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਦੈਨ these were the attributes of God. Now then when we say okay, this is the attribute of God, this is the attribute of God, then now one question is, how can we meet with God? How can we join to God? How can we obtain to God? Guru Sahib says in the last of this Mool Mantar कि you can obtain the God by the Guru's grace. Guru Sahib says Gur Prasad. ਜੇ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਉਸ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਜਾ ਸਕਦਾ ਹੈ। ਇੱਥੇ ਪ੍ਰਸਾਦ ਸ਼ਬਦ ਉਚਾਰਨ ਸੀ, ਕਈ ਵਾਰ ਅਸੀਂ ਪ੍ਰਸ਼ਾਦ ਉਚਾਰਨ ਕਰਦੇ ਹਾਂ। ਦਿਸ ਇਜ਼ ਦਾ ਰੋਂਗ pronunciation of ਪ੍ਰਸ਼ਾਦ ਉਹ ਹੈ ਜਿਹੜਾ ਸਾਨੂੰ ਗੁਰੂ ਘਰ ਜਾਂ ਕਿਤੋਂ ਧਾਰਮਿਕ ਸਥਾਨ ਤੋਂ ਮਿਲਦਾ ਹੈ, ਉਹ ਪ੍ਰਸ਼ਾਦ ਹੈ। ਬਟ ਦਿਸ ਇਜ਼ ਪ੍ਰਸਾਦ, ਨਾਟ ਪ੍ਰਸ਼ਾਦ। ਇਹ ਪ੍ਰਸ਼ਾਦ ਦਾ ਮੀਨਿੰਗ ਹੈ ਕਿਰਪਾ, ਗ੍ਰੇਸ। ਇਹ ਪ੍ਰਮਾਤਮਾ ਅਕਾਲ ਪੁਰਖ ਦੀ, ਗੁਰੂ ਦੀ ਕਿਰਪਾ ਦੇ ਨਾਲ
ਮਿਲਦਾ ਹੈ। ਇੱਥੇ ਤੱਕ ਮੂਲ ਮੰਤਰ ਦਾ ਅਸੀਂ ਅੱਜ ਉਚਾਰਨ ਕੀਤਾ ਹੈ। ਇਸ ਤੋਂ ਬਾਅਦ ਜਪ ਬਾਣੀ ਦਾ ਨਾਂ ਤੇ ਅੱਗੇ ਪਹਿਲਾ ਸ਼ਲੋਕ ਹੈ ਤੇ ਪੌੜੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਲੈਕਚਰ ਦੇ ਵਿੱਚ ਅਸੀਂ ਸ਼ਲੋਕ ਅਤੇ ਅਗਲੀ ਪੌੜੀ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।